ਅੱਜ ਅਸੀਂ ਪਲੱਸ 2 ਕਲਾਸ ਫਿਜ਼ਿਕਸ ਦਾ ਟੌਪਿਕ ਡਿਸਕਸ ਕਰਾਂਗੇ। ਫੋਰਸ ਔਨ ਕਰੰਟ ਕੈਰਿੰਗ ਕੰਡਕਟਰ ਪਲੇਸਡ ਇਨ ਮੈਗਨੈਟਿਕ ਫੀਲਡ। ਜਦੋਂ ਕਿਸੇ ਕੰਡਕਟਰ ਨੂੰ, ਮੰਨ ਲਓ ਇੱਕ ਕੰਡਕਟਰ ਹੈ ਜਿਹਦੀ ਲੈਂਥ ਕਿੰਨੀ ਸਾਡੇ ਕੋਲੇ L ਹੈਗੀ ਹੈ, ਤੇ ਮੈਗਨੈਟਿਕ ਫੀਲਡ ਲਾਈਨਸ ਨਾਲ ਕਿੰਨਾ ਐਂਗਲ ਬਣਾ ਰਿਹਾ ਥੀਟਾ। ਆ ਮੈਗਨੈਟਿਕ ਫੀਲਡ ਲਾਈਨਸ ਨੇ, ਤੇ ਆ ਕੋਈ ਕੰਡਕਟਰ ਹੈਗਾ ਜਿਹਦੀ ਲੈਂਥ ਕਿੰਨੀ ਹੈ L ਹੈ, ਤੇ ਜਿਹੜਾ ਐਂਗਲ ਬਣ ਰਿਹਾ ਮੈਗਨੈਟਿਕ ਫੀਲਡ ਦਾ, ਆ ਮੈਗਨੈਟਿਕ ਫੀਲਡ ਲਾਈਨਸ ਇੱਧਰ ਨੂੰ ਹੋ ਗਈਆਂ, ਤੇ ਕੰਡਕਟਰ ਨਾਲ ਐਂਗਲ ਕਿੰਨਾ ਬਣ ਰਿਹਾ ਥੀਟਾ, ਤੇ ਜਿਹੜੀ ਲੈਂਥ ਹੈ ਕੰਡਕਟਰ ਦੀ ਉਸ ਕਿੰਨੀ ਲੈ ਕੇ ਚੱਲ ਰਿਹਾ L ਲੈ ਕੇ ਚੱਲ ਰਿਹਾ। I ਕਰੰਟ ਫਲੋ ਕਰ ਰਿਹਾ। ਤੇ ਜੇ ਦੇਖੀਏ ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਜਦੋਂ ਕਿਸੇ ਕੰਡਕਟਰ ਨੂੰ ਰੱਖਦੇ ਹਾਂ ਤਾਂ ਅਸੀਂ ਫੋਰਸ ਪਤਾ ਕਰਦੇ ਹਾਂ, ਫੋਰਸ ਔਨ ਕਰੰਟ ਕੈਰਿੰਗ ਕੰਡਕਟਰ ਪਲੇਸਡ ਇਨ ਮੈਗਨੈਟਿਕ ਫੀਲਡ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ, ਅਸੀਂ ਕੀ ਕੰਸੀਡਰ ਕਰਕੇ ਚੱਲੇ ਹੈਗੇ, ਕੋਈ ਕੰਡਕਟਰ ਹੈਗਾ ਜਿਹਦੀ ਲੈਂਥ ਕਿੰਨੀ ਹੈ L ਹੈ, ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰਿਆ ਤੇ ਐਂਗਲ ਕਿੰਨਾ ਬਣਾ ਰਿਹਾ ਥੀਟਾ, ਜਾਣੀ ਕਿ ਕੋਈ ਕੰਡਕਟਰ ਹੈ ਐਂਗਲ ਥੀਟਾ ਬਣਾ ਰਿਹਾ ਜਦੋਂ ਅਸੀਂ ਇਹਦੇ ਵਿੱਚ ਰੱਖਦੇ ਹਾਂ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹੈਗੇ। ਹੁਣ ਜਿਹੜਾ ਕੰਡਕਟਰ ਹੈ I ਕਰੰਟ ਫਲੋ ਕਰ ਰਿਹਾ ਹੈਗਾ ਥਰੂ ਦਾ ਕੰਡਕਟਰ, I ਕਰੰਟ ਫਲੋ ਕਰ ਰਿਹਾ। ਇਹ ਕੀ ਹੈ ਏਰੀਆ ਆਫ ਕੰਡਕਟਰ, ਯਾਨੀ ਕਿ ਜਿਹੜਾ ਕੰਡਕਟਰ ਹੈ ਉਹਦਾ ਏਰੀਆ ਕਿੰਨਾ, ਕ੍ਰੋਸ ਸੈਕਸ਼ਨ ਏਰੀਆ ਕਿੰਨਾ A। E ਕੀ ਹੈ ਚਾਰਜ ਆਨ ਦਾ ਇਲੈਕਟ੍ਰੋਨ, ਕਿਉਂਕਿ ਜਦੋਂ ਕਰੰਟ ਫਲੋ ਕਰ ਰਿਹਾ ਤਾਂ ਇਲੈਕਟ੍ਰੋਨ ਹੈਗੇ ਨੇ, ਇਲੈਕਟ੍ਰੋਨ ਦੇ ਉੱਤੇ ਚਾਰਜ ਕਿੰਨਾ E ਹੈਗਾ। N ਕੀ ਹੈ ਨੰਬਰ ਆਫ ਇਲੈਕਟ੍ਰੋਨ ਪਰ ਯੂਨਿਟ ਵੋਲੀਅਮ, ਯਾਨੀ ਕਿ ਜਿਹੜੀ ਟੋਟਲ ਵੋਲੀਅਮ ਹੈ, ਜਿਵੇਂ ਜਿਹੜਾ ਕੰਡਕਟਰ ਹੈ ਇਹਦੀ ਕੋਈ ਵੋਲੀਅਮ ਹੋਣੀ ਤਾਂ ਇਹਦੇ ਵਿੱਚ ਕੁੱਲ ਟੋਟਲ ਨੰਬਰ ਆਫ ਇਲੈਕਟ੍ਰੋਨ ਕਿੰਨੇ ਨੇ, N ਕੀ ਨੇ ਨੰਬਰ ਆਫ ਇਲੈਕਟ੍ਰੋਨ ਪਰ ਯੂਨਿਟ ਵੋਲੀਅਮ। ਕਿਸੇ ਵੋਲੀਅਮ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ N ਹੈਗੇ ਨੇ ਸਾਡੇ ਕੋਲੇ। ਜੇ ਹੁਣ ਅਸੀਂ ਗੱਲ ਕਰੀਏ ਟੋਟਲ ਕਰੰਟ ਕਿੰਨਾ ਫਲੋ ਕਰਨਾ ਹੈਗਾ, ਤਾਂ ਜਿਹੜਾ ਕਰੰਟ ਫਲੋ ਕਰਨਾ ਹੈ, ਕਰੰਟ ਤੇ ਡ੍ਰਿਫਟ ਵੈਲੋਸਿਟੀ ਵਿਚਕਾਰ ਰਿਲੇਸ਼ਨ ਹੁੰਦਾ ਹੈ I ਇਕੁਅਲ ਟੂ NEA BD। ਇਹ ਅਸੀਂ ਸੈਕੰਡ ਯੂਨਿਟ ਦੇ ਵਿੱਚ ਪੜ੍ਹਦੇ ਹੈਗੇ, ਤੇ ਕਰੰਟ ਤੇ ਡ੍ਰਿਫਟ ਵੈਲੋਸਿਟੀ ਵਿਚਕਾਰ ਕੀ ਰਿਲੇਸ਼ਨ ਹੁੰਦਾ I ਇਕੁਅਲ ਟੂ NEA BD ਦੇ ਬਰਾਬਰ ਹੁੰਦਾ ਹੈਗਾ। ਹੁਣ ਜੇ ਅਸੀਂ ਗੱਲ ਕਰੀਏ, ਜੇ ਕੰਡਕਟਰ ਨੂੰ ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਰੱਖਾਂਗੇ ਤਾਂ ਲੋਰੈਂਟ ਫੋਰਸ ਵੀ ਲੱਗਣੀ ਹੈਗੀ ਹੈ, ਤਾਂ ਜਿਹੜਾ ਲੋਰੈਂਟ ਫੋਰਸ ਹੈ, ਲੋਰੈਂਟ ਫੋਰਸ ਕਿੰਨੀ ਹੁੰਦੀ ਹੈ ਸਾਡੇ ਕੋਲੇ। ਹੁਣ ਜਿਹੜੀ ਲੋਰੈਂਟ ਫੋਰਸ ਹੈ ਇਲੈਕਟ੍ਰੋਨ ਤੇ ਕਿੰਨੀ ਲੱਗਣੀ ਹੈ, ਜੇ ਆਪਾਂ ਲੋਰੈਂਟ ਫੋਰਸ ਦਾ ਫਾਰਮੂਲਾ ਦੇਖੀਏ, ਲੋਰੈਂਟ ਫੋਰਸ ਹੁੰਦੀ ਹੈ F ਇਕੁਅਲ ਟੂ Q B ਕ੍ਰੋਸ B। ਹੁਣ ਜੇ ਇੱਥੇ ਦੇਖੀਏ F ਇਕੁਅਲ ਟੂ Q ਦੀ ਜਗ੍ਹਾ ਤੇ ਚਾਰਜ ਕਿੰਨਾ ਸਾਡੇ ਕੋਲੇ E ਹੈ ਕਿਸੇ ਇਲੈਕਟ੍ਰੋਨ ਦੇ ਉੱਤੇ, ਜਿਹੜੀ ਵੈਲੋਸਿਟੀ ਹੈ, ਵੈਲੋਸਿਟੀ ਕਿੰਨੀ ਹੈਗੀ ਸਾਡੇ ਕੋਲੇ BD ਆ ਗਈ, ਕਿਉਂਕਿ ਵੈਲੋਸਿਟੀ ਨੂੰ ਕਿੰਨਾ ਲੈ ਕੇ ਚੱਲ ਰਹੇ ਅਸੀਂ ਡ੍ਰਿਫਟ ਵੈਲੋਸਿਟੀ BD ਕ੍ਰੋਸ B, ਤਾਂ ਸਾਡੇ ਕੋਲ ਲੋਰੈਂਟ ਫੋਰਸ ਕਿੰਨੀ ਆ ਜਾਣੀ F ਇਕੁਅਲ ਟੂ EVD ਕ੍ਰੋਸ B ਦੇ ਬਰਾਬਰ ਆ ਜਾਣੀ ਹੈਗੀ ਹੈ। ਹੁਣ ਜੇ ਆਪਾਂ ਦੇਖੀਏ ਜਿਹੜੀ ਟੋਟਲ ਵੋਲੀਅਮ ਹੈ, ਦੇਖੋ ਵੋਲੀਅਮ ਤਾਂ ਹੋ ਸਕਦਾ ਵਾਇਰ ਕੀ ਹੋਵੇ, ਲੈਂਥ ਘੱਟ ਹੋਵੇ ਜਾਂ ਵਾਇਰ ਦੀ ਲੈਂਥ ਵੱਧ ਹੋਵੇ, ਜਾਂ ਜਿਹੜਾ ਏਰੀਆ ਉਹ ਘੱਟ ਹੋਵੇ ਵੱਧ ਹੋਵੇ, ਤਾਂ ਜਿਹੜੀ ਟੋਟਲ ਵੋਲੀਅਮ ਹੈ ਤਾਂ ਟੋਟਲ ਨੰਬਰ ਆਫ ਇਲੈਕਟ੍ਰੋਨ ਇਨ ਦਾ ਕੰਡਕਟਰ ਕਿੰਨੇ ਹੋਣਗੇ ਸਾਡੇ ਕੋਲੇ, ਤਾਂ ਜਿਹੜੇ ਟੋਟਲ ਨੰਬਰ ਆਫ ਇਲੈਕਟ੍ਰੋਨ ਹੈ ਇਨ ਦਾ ਕੰਡਕਟਰ। ਹੁਣ ਸਾਨੂੰ ਪਤਾ ਹੈ ਜਿਹੜੇ ਟੋਟਲ ਨੰਬਰ ਆਫ ਇਲੈਕਟ੍ਰੋਨ ਹੈ ਉਹਨੂੰ ਅਸੀਂ ਕੈਪੀਟਲ N ਲੈ ਕੇ ਚੱਲ ਰਹੇ ਹਾਂ। N ਕੀ ਨਾ ਨੰਬਰ ਆਫ ਇਲੈਕਟ੍ਰੋਨ ਪਰ ਯੂਨਿਟ ਵੋਲੀਅਮ ਇਨਟੂ ਵੋਲੀਅਮ, ਕਿਉਂਕਿ ਏਰੀਆ ਇਨਟੂ ਲੈਂਥ ਕੀ ਹੁੰਦੀ ਹੈ ਵੋਲੀਅਮ, ਤਾਂ ਜਿਹੜੇ ਟੋਟਲ ਨੰਬਰ ਆਫ ਇਲੈਕਟ੍ਰੋਨ ਆ ਗਏ ਕਿਸੇ ਕੰਡਕਟਰ ਦੇ ਵਿੱਚ ਉਹ ਕੀ ਹੋਣਗੇ N ਇਨਟੂ AL। ਹੁਣ ਜੇ ਅਸੀਂ ਦੇਖੀਏ ਤਾਂ ਸਾਡੇ ਕੋਲ ਟੋਟਲ ਫੋਰਸ ਕਿੰਨੀ ਆ ਜਾਣੀ ਹੈ, ਕਿਉਂਕਿ ਆ ਤਾਂ ਸਾਡੇ ਕੋਲ ਟੋਟਲ ਨੰਬਰ ਆਫ ਕਿੰਨੇ ਆ ਗਏ ਇਲੈਕਟ੍ਰੋਨ ਕਿਸੇ ਕੰਡਕਟਰ ਦੇ ਵਿੱਚ, ਆ ਕਿ ਸਾਡੇ ਕੋਲ ਲੋਰੈਂਟ ਫੋਰਸ, ਤਾਂ ਟੋਟਲ ਫੋਰਸ ਕਿੰਨੀ ਆ ਜਾਣੀ ਹੈ, ਟੋਟਲ ਫੋਰਸ ਕਿਸੇ ਕੰਡਕਟਰ ਦੇ ਉੱਤੇ ਕਿਹਦੇ ਬਰਾਬਰ ਹੈ F, ਇੱਕ ਤਾਂ ਨੰਬਰ ਆਫ ਇਲੈਕਟ੍ਰੋਨ ਕਿੰਨੇ ਨੇ N ਇੰਟੂ AL ਇੰਟੂ ਫੋਰਸ ਕਿੰਨੀ ਹੈ, ਫੋਰਸ ਹੈਗੀ ਸਾਡੇ ਕੋਲੇ EVD ਕ੍ਰੋਸ B ਦੇ ਬਰਾਬਰ, ਤਾਂ ਟੋਟਲ ਫੋਰਸ ਕੰਡਕਟਰ ਤੇ ਕਿੰਨੀ ਆ ਜਾਣੀ ਹੈ F ਇਕੁਅਲ ਟੂ, ਆ ਤਾਂ ਆ ਗਈ ਟੋਟਲ ਨੰਬਰ ਆਫ ਇਲੈਕਟ੍ਰੋਨ ਪਰ ਟੋਟਲ ਵੋਲੀਅਮ ਦੇ ਵਿੱਚ, ਆ ਗਈ ਸਾਡੇ ਕੋਲ ਲੋਰੈਂਟ ਫੋਰਸ ਜਿੰਨੀ ਕਿਸੇ ਇਲੈਕਟ੍ਰੋਨ ਤੇ ਲੱਗ ਰਹੀ ਹੈ, ਇੱਕ ਇਲੈਕਟ੍ਰੋਨ ਤੇ ਇੰਨੀ ਫੋਰਸ ਲੱਗ ਰਹੀ ਹੈ ਸਾਡੇ ਕੋਲੇ, ਜਿਹੜੇ ਟੋਟਲ ਇਲੈਕਟ੍ਰੋਨ ਹੈ ਉਹ ਇਹ ਹੈਗੇ ਨੇ, ਤਾਂ ਟੋਟਲ ਫੋਰਸ ਕਿੰਨੀ ਬਣ ਗਈ ਸਾਡੇ ਕੋਲੇ F ਇਕੁਅਲ ਟੂ NALEVD ਕ੍ਰੋਸ B। ਹੁਣ ਜੇ ਅਸੀਂ ਲਿਖੀਏ ਤਾਂ F ਕਿੰਨੀ ਆ ਗਈ NAELBD ਕ੍ਰੋਸ B ਦੇ ਬਰਾਬਰ ਆ ਗਈ। ਹੁਣ ਤੁਸੀਂ ਦੇਖੋ ਜਿਹੜੀ I ਹੈ, I ਕਿਹਦੇ ਬਰਾਬਰ NEABD ਦੇ ਬਰਾਬਰ ਹੁੰਦੀ ਹੈ, ਜਾਣੀ ਕਿ ਜਿਹੜੀ I ਹੈ ਅਸੀਂ ਪੁੱਟ ਕਰ ਦਾਂਗੇ, I ਦੀ ਵੈਲਿਊ ਕੀ ਪੁੱਟ ਕਰਾਂਗੇ NEABD, ਜਾਣੀ ਕਿ NEABD ਦੀ ਜਗ੍ਹਾ ਅਸੀਂ ਕਿੰਨਾ ਪੁੱਟ ਕਰ ਦਾਂਗੇ I, ਤਾਂ ਸਾਡੇ ਕੋਲ ਫੋਰਸ ਕਿੰਨੀ ਬਚ ਜਾਣੀ ਹੈ F ਇਕੁਅਲ ਟੂ IL ਕ੍ਰੋਸ B, ਕਿਉਂਕਿ ਦੇਖੋ N ਦੀ ਜਗ੍ਹਾ ਤੇ NEABD ਦੀ ਜਗ੍ਹਾ ਅਸੀਂ ਕਿੰਨਾ ਪੁੱਟ ਕਰ ਲਿਆ I, ਬਚ ਕੀ ਗਿਆ L ਤੇ B, ਤਾਂ ਟੋਟਲ ਫੋਰਸ ਕਿੰਨੀ ਆ ਗਈ ਸਾਡੇ ਕੋਲੇ ਕਿਸੇ ਕੰਡਕਟਰ ਦੇ ਵਿੱਚ F ਇਕੁਅਲ ਟੂ IL ਕ੍ਰੋਸ B। ਹੁਣ ਇਸ ਨੂੰ ਅਸੀਂ ਲਿਖ ਸਕਦੇ ਹਾਂ ਕਿਉਂਕਿ ਕ੍ਰੋਸ ਪ੍ਰੋਡਕਟ ਹੈ, ਤੈਨੂੰ ਲਿਖ ਸਕਦੇ ਹਾਂ ILB ਸਾਈਨ ਥੀਟਾ, ਤਾਂ ਟੋਟਲ ਫੋਰਸ ਹੁੰਦੀ ਹੈ ਸਾਡੇ ਕੋਲ ਕਿਸੇ ਕੰਡਕਟਰ ਦੇ ਉੱਤੇ F ਇਕੁਅਲ ਟੂ ILB ਸਾਈਨ ਥੀਟਾ ਦੇ ਬਰਾਬਰ ਹੁੰਦੀ ਹੈ। ਹੁਣ ਅਸੀਂ ਕੇਸ ਡਿਸਕਸ ਕਰਾਂਗੇ। ਕੇਸ ਦੇ ਵਿੱਚ ਕੀ ਹੈ, ਪਹਿਲਾ ਕੇਸ ਹੈ ਜੇ ਥੀਟਾ ਕਿੰਨਾ ਹੋ ਜੇ 0 ਹੋ ਜੇ, ਤੇ ਦੂਸਰਾ ਕੇਸ ਕੀ ਹੈ ਜੇ ਥੀਟਾ ਕਿੰਨਾ ਹੋ ਜੇ 90 ਹੋ ਜੇ। ਥੀਟਾ 0 ਤੇ 90 ਦਾ ਮਤਲਬ ਇਹ ਹੈ ਕਿ ਜਦੋਂ ਜਿਹੜਾ ਕੰਡਕਟਰ ਹੈ, ਕੰਡਕਟਰ ਨੂੰ ਮੈਂ ਇੱਥੇ ਪਲੇਸ ਕਰਦਾ, ਜਾਨੀ ਕਿ ਮੈਗਨੈਟਿਕ ਫੀਲਡ ਤੇ ਕੀ ਹੋ ਜੇ ਤੇ ਥੀਟਾ ਕਿੰਨਾ ਹੋ ਜੇ 0, ਫਿਰ ਮੈਗਨੈਟਿਕ ਫੀਲਡ ਕਿੰਨੀ ਹੋਣੀ ਹੈ। ਦੂਸਰਾ ਕੀ ਹੈ ਜੇ ਥੀਟਾ ਨੂੰ ਕਿੰਨਾ ਕਰਦਾ ਮੈਂ 90, ਥੀਟਾ ਨੂੰ 90 ਕਰਦਾ ਮਤਲਬ ਕੀ ਹੈ ਆ ਐਂਗਲ ਕਿੰਨਾ ਹੋ ਗਿਆ ਸਾਡੇ ਕੋਲੇ 90 ਹੋ ਗਿਆ। ਦੇਖੋ ਆ ਐਂਗਲ ਕਿੰਨਾ ਹੋ ਗਿਆ 90, ਇੱਕ ਵਾਰ ਤਾਂ ਥੀਟਾ ਨੂੰ 90 ਐਂਗਲ ਰੱਖ ਲਈਏ, ਇੱਕ ਵਾਰ ਕਿੰਨੇ ਰੱਖ ਲਈਏ ਇਸ ਤਰੀਕੇ ਨਾਲ, ਜਾਨੀ ਕਿ ਦੋ ਤਰੀਕੇ ਨਾਲ। ਹੁਣ ਕੰਡਕਟਰ ਕਿੱਥੇ ਪਿਆ ਕਿਸੇ ਐਂਗਲ ਥੀਟਾ ਦੇ ਉੱਤੇ ਪਿਆ। ਹੁਣ ਜੇ ਅਸੀਂ ਦੇਖੀਏ ਜੇ
ਜਿਹੜਾ ਥੀਟਾ 0 ਹੋ ਜੇ, ਕਿਉਂਕਿ ਫੋਰਸ ਕਿਹਦੇ ਬਰਾਬਰ ਹੈ ਆਈ ਐਲ ਬੀ ਸਾਈਨ ਥੀਟਾ ਕਿੰਨਾ ਹੋ ਗਿਆ 0, ਸਾਈਨ 0 0 ਹੁੰਦਾ ਹੈਗਾ, ਤਾਂ ਜਿਹੜੀ ਫੋਰਸ ਹੈ ਉਹ ਵੀ ਕਿੰਨੀ ਹੋ ਜਾਣੀ ਹੈ ਸਾਡੇ ਕੋਲੇ 0 ਹੋ ਜਾਣੀ ਹੈ। ਕਦੋਂ? ਜਦੋਂ ਜਿਹੜਾ ਕੰਡਕਟਰ ਹੈ ਉਹਨੂੰ ਕਿੱਥੇ ਰੱਖਾਂਗੇ ਅਸੀਂ ਪੈਰਲਲ ਰੱਖਾਂਗੇ ਮੈਗਨੈਟਿਕ ਫੀਲਡ ਦੇ। ਪੈਰਲਲ ਦਾ ਮਤਲਬ ਕੀ ਹੈ? ਜਦੋਂ ਥੀਟਾ ਨੂੰ ਕਿੱਥੇ ਰੱਖਾਂਗੇ ਅਸੀਂ ਇੱਥੇ ਰੱਖ ਲਾਂਗੇ ਪੈਰਲਲ, ਤਾਂ ਜਿਹੜੀ ਫੋਰਸ ਹੈ ਉਹ ਕਿੰਨੀ ਹੋ ਜਾਣੀ ਹੈ 0 ਹੋ ਜਾਣੀ ਹੈ। ਹੁਣ ਦੂਸਰੇ ਕੇਸ ਦੇ ਵਿੱਚ ਜੇ ਥੀਟਾ ਕਿੰਨਾ ਹੋ ਜਾਏ 90, ਥੀਟਾ 90 ਦਾ ਮਤਲਬ ਕੀ ਹੈ ਆਈ ਐਲ ਬੀ ਸਾਈਨ 90, ਸਾਈਨ 90 ਕਿੰਨਾ ਹੁੰਦਾ 1 ਹੁੰਦਾ, ਤਾਂ ਐਫ ਕਿੰਨਾ ਹੋ ਗਿਆ ਆਈ ਐਲ ਬੀ। ਤੇ ਜਦੋਂ ਥੀਟਾ 90 ਤੇ ਉਦੋਂ ਫੋਰਸ ਕਿੰਨੀ ਹੈ ਮੈਕਸਿਮਮ ਹੈ, ਜਦੋਂ ਥੀਟਾ 0 ਤੇ ਉਦੋਂ ਫੋਰਸ ਕੀ ਹੈ ਮਿਨੀਮਮ ਹੈਗੀ ਹੈ। ਇਸ ਤਰੀਕੇ ਨਾਲ ਇੰਪੋਰਟੈਂਟ ਕੁਐਸਚਨ ਹੈ ਕਿ ਧਿਆਨ ਨਾਲ ਪੜ੍ਹ ਲੈਣਾ।